जो बोले सो निर्भय। जगत गुरु रविदास महाराज की जय। हर सोहिरा छाड़ कै करे आन की आस। ते नर दोजक जाएंगे। सत पाखे रविदास। गुर की मूरत मन विखै। तरो सो हर दम ध्यान। नाम दान इशनान कर। दुआरे पावे मान। गुरु प्यारी साध संगत जीओ, तन तन जगत पिता सतगुरु रविदास महाराज जी अपनी पावन पवित्र ਅੰਮ੍ਰਿਤ ਬਾਣੀ ਵਿੱਚ ਦੱਸਦੇ ਹਨ कि गुर की मूरत मन विखै धरो सो हरदम ध्यान। कि अपने गुरु की मूरत नूं अपने हिरदे दे विच हर वेले रख के सानू कारज करने चाहिए हैं। क्योंकि जिन्ना चिकर इंसान दा कोई गुरु नहीं है उन्ना चिर उसनू ज्ञान प्राप्त नहीं हो सकता। परमात्मा नू हासिल करना पाउना है तां इंसान दा जन्म लेना बहुत जरूरी है। क्योंकि जन्म तो बगैर इंसान परमात्मा नू प्राप्त नहीं कर सकता। सतगुरु जी अपनी बाणी राही समझा रहे हैं कि भाई बहुत जन्म विछड़े थे माधो ये जन्म तुम्हारे लेखे। क्योंकि जदों जन्म इंसान लै लैंदा है बहुत जन्मां तो बाद जीव नूं ये अनमोल जन्म मिलिया है जिसदा कोई मुੱਲ लगा नहीं सकता। कि भाव साडे शरीर का कोई मुੱਲ लगा नहीं सकता। सतगुरु जी कहते अनमोल जन्म मिला है। बहुत जन्मां दे बाद पता नहीं किन्ने जन्मां तो बाद ये जन्म मिलिया। 84 ਲੱਖ ਜੂਨਾ भोगण तो बाद ਜਾਂ 84 ਲੱਖ ਜੂਨਾ भुगत के ये जन्म अनमोल जन्म मिलिया है। ये जन्म तुम्हारी लिख है कि ये जन्म उस परमात्मा के नाम ते लेखे लाना चाहिए इंसान नूं। पहला गुरु माता पिता है जिसने जन्म दिता। जन्म देने तो बाद बोलना सिखाया, तुरना सिखाया, फिरना सिखाया, तुरना फिरना सिखाया, स्कूल दे विच लाया पढ़न वास्ते, ज्ञान प्राप्त करने वास्ते। क्योंकि एक माता पिता ही जिंदगी दे विच ऐसे दो परमात्मा का रूप लैके आउंदे आ माता पिता, जो अपने बच्चे दे वास्ते अपना तन मन तन सब कुछ वारन नूं तैयार हो जाता है। माता पिता तो इलावा कोई होर रिश्ता ऐसा नहीं है जिस दे वास्ते कोई अपना तन मन तन ला देवे। पर माता पिता तो इलावा जे कोई दूसरा है तो वो टीचर है। क्योंकि टीचर तो ज्ञान प्राप्त करने तो बाद जदों बच्चा स्कूल जाता है, स्कूल विच पढ़ता है तो टीचर तो सीखता है। टीचर तो ज्ञान प्राप्त करके दुनिया दे विच कारज करता है। उसनूं पता लगता कि भाई मैं जे कोई काम किया उहदे विच मैनूं घाटा पिया, उस दे विच मैनूं फायदा होया, ये कित्थों पता लगेगा? वो टीचर की दसी हुई पढ़ाई तो।
ਜੋ ਟੀਚਰ ਦੱਸ ਰਿਹਾ ਹੈ। ਉਸ ਤੋਂ ਇਲਾਵਾ ਤੀਸਰਾ ਉਸਤਾਦ, ਜੇ ਤੋਂ ਅਸੀਂ ਕੰਮ ਸਿੱਖ ਕੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਘਰ ਦੇ ਖਰਚੇ ਚਲਾਉਂਦੇ ਹਾਂ। ਪਹਿਲਾਂ ਪਿਛਲੇ ਸਮਿਆਂ ਦੇ ਵਿੱਚ ਉਸਤਾਦ ਨੂੰ ਪਿਤਾ ਦਾ ਰੂਪ ਦਿੱਤਾ ਜਾਂਦਾ ਸੀ, ਟੀਚਰ ਨੂੰ ਵੀ ਮਾਤਾ ਪਿਤਾ ਦਾ ਰੂਪ ਸਮਝਿਆ ਜਾਂਦਾ ਸੀ। ਉਸਤਾਦ ਨੂੰ ਵੀ ਪਿਤਾ ਦਾ ਰੂਪ ਦਿੱਤਾ ਜਾਂਦਾ ਸੀ ਕਿ ਉਸਤਾਦ ਪਿਤਾ ਦੇ ਬਰਾਬਰ ਹੈ, ਮਾਤਾ ਪਿਤਾ ਦੇ ਬਰਾਬਰ ਹੈ। ਚੌਥਾ ਗੁਰੂ ਉਹ ਹੈ ਜਿਸ ਤੋਂ ਹੀ ਗਿਆਨ ਪ੍ਰਾਪਤ ਕੀਤਾ। ਗੁਰੂ ਤੋਂ ਗਿਆਨ ਲੈ ਕੇ ਅਸੀਂ ਉਸ ਪਰਮਾਤਮਾ ਦੇ ਨਾਮ ਦੀ ਕਮਾਈ ਕੀਤੀ। ਦੇਖੋ, ਜੇ ਅਸੀਂ ਕੁਝ ਹਾਸਲ ਕਰਨਾ ਹੈ, ਦੁੱਧ ਨੂੰ ਦੇਖੀ ਜਾਈਏ ਅਸੀਂ, ਤਾਂ ਦੁੱਧ ਤੋਂ ਕੁਝ ਅਸੀਂ ਪ੍ਰਾਪਤ ਨਹੀਂ ਕਰ ਸਕਦੇ, ਕੁਝ ਹਾਸਲ ਨਹੀਂ ਕਰ ਸਕਦੇ ਉਸ ਨੂੰ ਦੇਖਣ ਦੇ ਨਾਲ। ਹੁਣ ਉਹਦੇ ਵਿੱਚ ਦਹੀਂ ਵੀ ਹੈ, ਮੱਖਣ ਵੀ ਹੈ, ਦੇਸੀ ਘਿਓ ਵੀ ਹੈ, ਲੱਸੀ ਵੀ ਹੈ, ਪਰ ਉਸ ਦਾ ਤਰੀਕਾ ਹੈ, ਉਹ ਕਿੱਥੋਂ ਸਿੱਖਣਾ ਹੈ। ਜੇ ਅਸੀਂ ਕੋਈ ਆਮ ਇਨਸਾਨ ਜਾਂ ਜਿਸ ਨੂੰ ਪਤਾ ਹੀ ਨਹੀਂ ਹੈ, ਉਹ ਕਿੱਦਾਂ ਕਾਰਜ ਕਰ ਲਏਗਾ। ਕਾਰਜ ਕਰਨ ਵਾਸਤੇ ਉਹ ਕਿਸੇ ਨਾ ਕਿਸੇ ਤੋਂ ਸਿੱਖਣਾ ਪੈਣਾ ਹੈ। ਪਹਿਲਾਂ ਦੁੱਧ ਨੂੰ ਗਰਮ ਕਰਾਂਗੇ, ਜਾਗ ਲਾਵਾਂਗੇ, ਥੋੜ੍ਹਾ ਜਿਹਾ ਜੋ ਗੁੱਸਾ ਜਿਹਾ ਹੁੰਦਾ, ਫਿਰ ਰਾਤ ਭਰ ਰੱਖਿਆ ਜਾਂਦਾ, ਕੁਝ ਸਮਾਂ ਰੱਖਿਆ ਜਾਂਦਾ, ਅਤੇ ਉਹ ਦਹੀਂ ਬਣਦਾ। ਦਹੀਂ ਤੋਂ ਬਾਅਦ ਉਸ ਨੂੰ ਰਿੜਕਿਆ ਜਾਂਦਾ ਹੈ, ਫਿਰ ਮੱਖਣ ਅਲੱਗ, ਲੱਸੀ ਅਲੱਗ ਹੋ ਜਾਂਦੀ ਹੈ। ਫਿਰ ਮੱਖਣ ਨੂੰ ਗਰਮ ਕਰਕੇ ਉਸ ਦਾ ਦੇਸੀ ਘਿਓ ਬਣਦਾ ਹੈ। ਹੁਣ ਦੇਖੋ, ਦੁੱਧ ਦੀ ਕੀਮਤ ਘੱਟ ਹੈ, ਦਹੀਂ ਦੀ ਕੀਮਤ ਜ਼ਿਆਦਾ ਹੈ। ਦਹੀਂ ਦੀ ਕੀਮਤ ਘੱਟ ਹੈ, ਮੱਖਣ ਦੀ ਕੀਮਤ ਜ਼ਿਆਦਾ ਹੈ। ਮੱਖਣ ਦੀ ਕੀਮਤ ਘੱਟ ਹੈ, ਦੇਸੀ ਘਿਓ ਦੀ ਕੀਮਤ ਜ਼ਿਆਦਾ ਹੈ। ਇਸੇ ਤਰ੍ਹਾਂ ਇਨਸਾਨ ਦੀ ਕੀਮਤ ਉਸ ਵੇਲੇ ਪੈਂਦੀ ਜਦੋਂ ਉਹ ਪਰਮਾਤਮਾ ਦਾ ਨਾਮ ਜਪ ਕੇ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ, ਰਵਿਦਾਸ ਭਣੇ ਜੋ ਜਾਣੇ ਸੋ ਜਾਣ, ਸੰਤ ਅਨੰਤ ਅੰਤਰ ਨਹੀਂ। ਕਿ ਮੈਂ ਚੰਗੀ ਭਾਂਤੀ ਜਾਣਦਾ ਹਾਂ, ਚੰਗੀ ਭਲਾ ਚੰਗੀ ਤਰ੍ਹਾਂ ਜਾਣਦਾ ਕਿ ਉਸ ਪਰਮਾਤਮਾ ਦੇ ਵਿੱਚ ਔਰ ਸੰਤਾਂ ਦੇ ਵਿੱਚ ਕੋਈ ਫਰਕ ਨਹੀਂ ਹੈ। ਸੰਤ ਜਨ ਪਰਮਾਤਮਾ ਦਾ ਨਾਮ ਜਪ ਕੇ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ। ਸੋ ਇਸ ਕਰਕੇ ਗੁਰੂ ਪਿਆਰੀ ਸਾਧ ਸੰਗਤ ਜੀਓ, ਉਸ ਪਰਮਾਤਮਾ ਦਾ ਨਾਮ ਜਪੋ, ਕਿਰਤ ਕਮਾਈ ਕਰੋ। ਹਮੇਸ਼ਾ ਇਹ ਸੋਚੋ ਕਿ ਅਸੀਂ ਦੂਸਰੇ ਦਾ ਭਲਾ ਵੀ ਕਰ ਸਕਦੇ ਹਾਂ। ਜੇ ਪਰਮਾਤਮਾ ਨੇ ਸਾਡੇ 'ਤੇ ਬਖਸ਼ਿਸ਼ ਕੀਤੀ ਹੈ, ਸਾਡੇ 'ਤੇ ਕਿਰਪਾ ਕੀਤੀ ਹੈ, ਤਾਂ ਅਸੀਂ ਦੂਸਰੇ ਦਾ ਭਲਾ ਕਰ ਸਕਦੇ। ਜੇ ਪਰਮਾਤਮਾ ਨੇ ਸਾਨੂੰ ਇਸ ਲਾਇਕ ਬਣਾਇਆ ਹੈ ਕਿ ਅਸੀਂ ਕਿਸੇ ਦੀ ਮਦਦ ਕਰ ਸਕੀਏ, ਇਸੇ ਕਰਕੇ ਸਤਿਗੁਰੂ ਜੀ ਕਹਿ ਰਹੇ ਕਿ ਗੁਰ ਕੀ ਮੂਰਤ ਮਨ ਵਿਖੇ ਤਰੋ ਸੋ ਹਰਦਮ ਧਿਆਨ। ਕਿ ਗੁਰੂ ਦੀ ਮੂਰਤ ਨੂੰ ਆਪਣੇ ਹਿਰਦੇ ਦੇ ਵਿੱਚ ਹਰ ਸਮੇਂ ਧਿਆਨ ਉਹਦਾ ਧਰ ਕੇ ਉਸ ਪਰਮਾਤਮਾ ਨੂੰ ਆਪਣੇ ਹਾਜ਼ਰ ਨਾਜ਼ਰ ਸਮਝਣਾ ਚਾਹੀਦਾ ਕਿ ਪਰਮਾਤਮਾ ਹਰ ਵੇਲੇ ਸਾਡੇ ਨਾਲ ਹੈ, ਉਹ ਕੋਈ ਦੂਰ ਨਹੀਂ ਹੈ। ਅਸੀਂ ਆਪਣਾ ਕਹਿ ਦਈਏ ਕਿ ਕੰਮਕਾਰ ਛੱਡ ਕੇ ਉਸ ਪਰਮਾਤਮਾ ਨੂੰ ਲੱਭਣ ਤੁਰ ਪਈਏ, ਤਾਂ ਸਤਿਗੁਰੂ ਜੀ ਕਹਿੰਦੇ ਇਸ ਤਰ੍ਹਾਂ ਵੀ ਨਹੀਂ ਹੈ। ਜੀਭਾ ਸੋ ਓਂਕਾਰ ਜਪ ਹਥਨ ਸੋ ਕਰ ਕਾਰ, ਰਾਮ ਮਿਲੇ ਕਰ ਆਇ ਕਰ ਕਹਿ ਰਵਿਦਾਸ ਵਿਚਾਰ। ਕਿ ਜੀਭਾਂ ਦੇ ਨਾਲ ਉਸ ਪਰਮਾਤਮਾ ਦਾ ਨਾਮ ਜਪੋ, ਹੱਥਾਂ ਦੇ ਨਾਲ ਆਪਣੇ ਕੰਮਕਾਰ ਕਰੋ। ਘਰ ਨੂੰ ਛੱਡ ਕੇ ਕਿਤੇ ਬਾਹਰ ਜਾ ਕੇ ਲੱਭਣ ਦੀ ਉਸ ਪਰਮਾਤਮਾ ਦੀ ਲੋੜ ਨਹੀਂ ਕਿ ਤੁਸੀਂ ਉਸ ਪਰਮਾਤਮਾ ਨੂੰ ਲੱਭਣ ਤੁਰ ਪਓ, ਕਿ ਉਹ ਪਰਮਾਤਮਾ ਕਿਤੇ ਗੁਆਚਾ ਹੋਇਆ, ਕਿਤੇ ਤੀਰਥ ਸਥਾਨਾਂ 'ਤੇ, ਕਿਤੇ ਧਰਮ ਸਥਾਨਾਂ 'ਤੇ ਬੈਠਾ ਨਹੀਂ। ਸਤਿਗੁਰੂ ਜੀ ਕਹਿੰਦੇ, ਕਾ ਮਥੁਰਾ ਕਾ ਦਵਾਰਕਾ, ਕਾ ਕਾਸ਼ੀ ਹਰ ਦਵਾਰ, ਰਵਿਦਾਸ ਖੋਜਿਆ ਦਿਲ ਆਪਣਾ, ਤਉ ਮਿਲਿਆ ਦਿਲਦਾਰ। ਉਹ ਬਾਹਰ ਨਹੀਂ ਹੈ, ਉਹ ਤੁਹਾਡੇ ਅੰਦਰ ਬੈਠਾ ਹੈ। ਉਸ ਨੂੰ ਲੱਭਣਾ ਹੈ ਤਾਂ ਆਪਣੇ ਅੰਦਰੋਂ ਲੱਭਣਾ। ਜਿਸ ਦਿਨ ਅਸੀਂ ਆਪਣੇ ਅੰਦਰੋਂ ਲੱਭਿਆ, ਮੈਂ ਮੇਰੀ ਖਤਮ ਹੋ ਜਾਣੀ ਆ, ਅਤੇ ਫਿਰ ਉਹ ਪਰਮਾਤਮਾ ਹੀ ਸਾਡੇ ਵਿੱਚ ਰਹਿ ਜਾਣਾ ਹੈ। ਜਬ ਹਮ ਹੋਤੇ ਤਬ ਤੂੰ ਨਹੀਂ, ਅਬ ਤੂੰ ਹੀ ਮੈਂ ਨਹੀਂ। ਕਿ ਜਿਸ ਵੇਲੇ ਪਰਮਾਤਮਾ ਸਾਡੇ ਅੰਦਰ ਹੁੰਦਾ, ਫਿਰ ਮੈਂ ਮੇਰੀ ਖਤਮ ਹੋ ਜਾਂਦੀ ਹੈ। ਸੋ ਇਸ ਕਰਕੇ ਗੁਰੂ ਪਿਆਰੀ ਸਾਧ ਸੰਗਤ ਜੋ, ਮੈਂ ਮੇਰੀ ਨੂੰ ਛੱਡ ਕੇ, ਹੰਕਾਰ ਨੂੰ ਛੱਡ ਕੇ ਇੱਕ ਉਸ ਪਰਮਾਤਮਾ ਦਾ, ਗੁਰੂ ਦਾ,
ਆਪਣੇ ਹਿਰਦੇ ਦੇ ਵਿੱਚ ਨਾਮ ਸਿਮਰਨ ਕਮਾਈ ਕਰਦੇ ਹੋਏ ਸਭ ਦੇ ਭਲੇ ਦੀ ਅਰਦਾਸ ਕਰਨੀ ਚਾਹੀਦੀ ਹੈ ਤੇ ਸਭ ਦਾ ਭਲਾ ਮੰਗਣਾ ਚਾਹੀਦਾ ਹੈ। ਜੈ ਗੁਰਦੇਵ, ਧੰਨ ਗੁਰਦੇਵ ਜੀ।